ਜ਼ਿੰਦਗੀ ਮੋੜੀ ਜਾ ਸਕਦੀ ਹੈ, ਮੌਤ ਨਹੀਂ। ਕਹਾਣੀ ਪੰਜਾਬੀ ਦੇ ਪ੍ਰਸਿੱਧ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਰਚਨਾ ਹੈ। ਇਸ ਕਹਾਣੀ ਵਿੱਚ ਲੇਖਕ ਨੇ ਅਜਿਹੇ ਵਿਅਕਤੀ ਦੇ ਸੁਭਾਅ ਬਾਰੇ ਲਿਖਿਆ ਹੈ ਜੋ ਨਾਖੁਸ਼ ਅਤੇ ਸੜੀਅਲ ਹੈ। ਇਸੇ ਕਾਰਨ ਉਹ ਆਪਣੀ ਪਤਨੀ ਦੇ ਗੁਣਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਉਸ ਦੀ ਪਤਨੀ ਬਹੁਤ ਗੁਣੀ ਸੀ। ਉਸ ਦੇ ਗੁਣ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਵਾਲੇ ਸਨ। ਸਾਰੇ ਉਸ ਦੇ ਗੁਣਾਂ ਦੀ ਤਾਰੀਫ ਕਰਦੇ, ਪਰ ਉਸ ਵਿਅਕਤੀ ਕੋਲੋਂ ਆਪਣੀ ਹੀ ਪਤਨੀ ਦੀ ਤਾਰੀਫ ਸਹਾਰੀ ਨਹੀਂ ਜਾਂਦੀ ਸੀ। ਉਹ ਅੰਦਰੋਂ ਅੰਦਰੀ ਸੜਦਾ ਰਹਿੰਦਾ ਸੀ। ਉਸ ਦੀ ਇਸ ਸਾੜੇ ਦੀ ਭਾਵਨਾ ਨੇ ਉਸ ਦੀ ਆਪਣੀ ਹੀ ਪਤਨੀ ਨੂੰ, ਜੋ ਨਾ ਤਾਂ ਪਹਿਲੇ ਸਮੇਂ ਦੀ ਪਰੰਪਰਾਵਾਦੀ ਔਰਤਾਂ ਵਾਂਗ ਜ਼ੁਲਮਜਰਦੀ ਵਿਖਾਇਆ ਹੈ ਅਤੇ ਨਾ ਹੀ ਆਧੁਨਿਕ ਔਰਤਾਂ ਵਾਂਗ ਉਸ ਨੂੰ ਜਹੰਨਮ ਵਿੱਚ ਜ਼ਿੰਦਗੀ ਤੋਂ ਕਿਨਾਰਾ ਕਰਦੀ ਵਿਖਾਇਆ ਹੈ। ਉਹ ਟਰਾਂਜੀਸ਼ਨਲ ਚਾਲ ਦੀ ਔਰਤ ਹੈ। ਉਹ ਜ਼ਿੰਦਗੀ ਤੋਂ ਅੱਕੀ ਹੋਈ ਮੌਤ ਵਿੱਚ ਪਨਾਹ ਜ਼ਰੂਰ ਲੱਭਦੀ ਹੈ, ਪਰ ਉਹ ਇਸ ਮੌਤ ਨੂੰ ਕਰਮਾਂ ਦਾ ਫਲ ਜਾਂ ਹੋਣੀ ਸਵੀਕਾਰ ਨਹੀਂ ਕਰਦੀ। ਉਸ ਨੂੰ ਜਿਸ ਨੇ ਇਸ ਰਾਹ 'ਤੇ ਚੱਲਣ ਲਈ ਮਜਬੂਰ ਕੀਤਾ, ਉਸ ਨੂੰ ਵੀ ਜ਼ਬਰਦਸਤੀ ਉਸੇ ਰਾਹ ਤੇ ਖਿੱਚ ਲਿਆਉਂਦੀ ਹੈ। ਉਹ ਸੋਚਦੀ ਸੀ ਕਿ ਜਿਸ ਨੇ ਉਸ ਕੋਲੋਂ ਜ਼ਿੰਦਗੀ ਖੋਹੀ ਹੈ, ਉਸ ਨੂੰ ਵੀ ਜਿਉਣ ਦਾ ਕੋਈ ਹੱਕ ਨਹੀਂ। 2.5 ਸਾਲ ਪਹਿਲਾਂ ਬਿਮਲ ਦਾ ਵਿਆਹ ਚੇਤਨਾ ਨਾਲ ਹੋਇਆ ਸੀ। ਚੇਤਨਾ ਬਹੁਤ ਸਿਆਣੀ ਔਰਤ ਸੀ। ਉਹ ਘਰੋਗੀ ਸਾਇੰਸ, ਗੀਤ ਗਾਉਣ, ਕਢਾਈ ਤੇ ਚਿੱਤਰਕਾਰੀ ਵਰਗੇ ਕਲਾਤਮਕ ਗੁਣਾਂ ਦੀ ਧਾਰਨੀ, ਪੜ੍ਹੀ ਲਿਖੀ ਸਿਆਣੀ ਔਰਤ ਸੀ। ਵਿਆਹ ਕੇ ਆਉਣ 'ਤੇ ਉਸਨੇ ਆਪਣੇ ਘਰ ਦਾ ਸਾਰਾ ਨਕਸ਼ਾ ਹੀ ਬਦਲ ਦਿੱਤਾ ਸੀ। ਉਸਨੇ ਕੰਧਾਂ 'ਤੇ ਆਪਣੇ ਹੱਥ ਦੀਆਂ ਬਣਾਈਆਂ ਤਸਵੀਰਾਂ ਟੰਗ ਦਿੱਤੀਆਂ ਤੇ ਪਲੰਘਾਂ ਉੱਪਰ ਹੱਥ ਦੀਆਂ ਕੱਢੀਆਂ ਚਾਦਰਾਂ ਵਿਛਾਈਆਂ। ਉਸ ਕੋਲੋਂ ਕੁੜੀਆਂ ਕੱਢਣ, ਪਰਾਉਣ ਤੇ ਪਕਾਉਣ ਦਾ ਕੰਮ ਸਿੱਖਣ ਲਈ ਆਉਣ ਲੱਗੀਆਂ। ਸਾਰਾ ਆਂਢ ਗੁਆਂਢ ਉਸ ਦੀਆਂ ਸਿਫਤਾਂ ਕਰਦਾ ਤੇ ਬਿਮਲ ਨੂੰ ਵਧਾਈਆਂ ਦਿੰਦਾ, ਪਰ ਬਿਮਲ ਆਪਣੀ ਪਤਨੀ ਨਾਲ ਨਫ਼ਰਤ ਭਰਿਆ ਵਿਵਹਾਰ ਕਰਦਾ ਸੀ। ਉਹ ਆਪ ਆਪਣੇ ਦੁਆਰਾ ਪੈਦਾ ਕੀਤੇ ਦੁੱਖਾਂ, ਤਕਲੀਫਾਂ ਤੇ ਚਿੰਤਾਵਾਂ ਵਿੱਚ ਫਸਿਆ ਰਹਿੰਦਾ ਸੀ। ਜਦੋਂ ਉਹਨਾਂ ਘਰੇ ਕੋਈ ਮਹਿਮਾਨ ਆਇਆ ਤਾਂ ਉਸ ਤੋਂ ਅੰਗੀਠੀ ਪੋਸ਼ਾ ਉੱਪਰ ਕੱਢੇ ਫੁੱਲਾਂ ਦੀ ਪ੍ਰਸ਼ੰਸਾ ਸੁਣ ਕੇ ਗੁੱਸੇ ਵਿੱਚ ਆ ਗਿਆ ਤੇ ਅੰਗੀਠੀ ਪੋਸ਼ਾ ਨੂੰ ਪੇਟੀ ਵਿੱਚ ਸੰਭਾਲਣ ਲਈ ਆਪਣੀ ਮਾਂ ਨੂੰ ਕਹਿੰਦਾ ਹੈ, ਇਹਨਾਂ ਚਾਦਰਾਂ ਅਤੇ ਮੇਜ਼ ਪੋਸ਼ਾਂ ਨੇ ਮੇਰੀ ਨੀਂਦ ਹਰਾਮ ਕਰ ਦਿੱਤੀ ਹੈ। ਜਦੋਂ ਇੱਕ ਦਿਨ ਬਿਮਲ ਦੇ ਮਾਮਾ ਜੀ ਘਰ ਆਏ, ਉਹ ਚੇਤਨਾ ਦੁਆਰਾ ਕੀਤੀ ਮਹਿਮਾਨ ਨਿਵਾਜੀ ਤੋਂ ਬਹੁਤ ਖੁਸ਼ ਹੋਏ। ਤਾਂ ਚੇਤਨਾ ਦੀ ਤਾਰੀਫ ਸੁਣ ਕੇ ਬਿਮਲ ਦਾ ਦਿਲ ਫਿਰ ਸੜ ਗਿਆ। ਬਿਮਲ ਦੇ ਵਿਆਹ ਤੋਂ ਬਾਅਦ ਬਿਮਲ ਦੀ ਮਾਂ ਬਹੁਤ ਸੁਖੀ ਸੀ, ਕਿਉਂਕਿ ਉਸ ਨੂੰ ਬਹੁਤ ਵਧੀਆ ਨੂੰਹ ਮਿਲੀ ਸੀ। ਉਸਨੇ ਘਰ ਦਾ ਸਾਰਾ ਕੰਮ ਸਾਂਭ ਲਿਆ ਸੀ। ਹੁਣ ਬਿਮਲ ਦੀ ਮਾਂ ਆਂਢ ਗੁਆਂਢ ਵਿੱਚ ਜਾ ਕੇ ਮਿਲ ਬੈਠ ਕੇ ਗੱਲਾਂ ਕਰਨ ਲੱਗ ਜਾਂਦੀ। ਉਸ ਨੂੰ ਗੱਲਾਂ ਕਰਨ ਦਾ ਖੁੱਲ੍ਹਾ ਸਮਾਂ ਮਿਲ ਜਾਂਦਾ ਸੀ। ਬਿਮਲ ਦੀ ਮਾਂ ਦੀ ਵੀ ਸਾਰੀ ਜ਼ਿੰਦਗੀ ਦੁੱਖਾਂ ਤਕਲੀਫਾਂ ਵਿੱਚ ਲੰਘੀ ਸੀ। ਬਿਮਲ ਦੇ ਪਿਓ ਦਾ ਸੁਭਾਅ ਬਹੁਤ ਲੜਾਕਾ ਤੇ ਜਿੱਦੀ ਸੀ। ਜੇਕਰ ਕੋਈ ਹੌਲੀ ਜਿਹੀ ਵੀ ਗੱਲ ਕਰਦਾ ਤਾਂ ਉਹ ਰੌਲਾ ਆਖ ਕੇ ਕੰਨਾਂ ਵਿੱਚ ਉਂਗਲਾਂ ਦੇ ਲੈਂਦਾ। ਉਸ ਦਾ ਰਹਿਣਾ ਬਹਿਣਾ ਸਾਰਿਆਂ ਤੋਂ ਅਲੱਗ ਜਿਹਾ ਸੀ। ਉਹ ਹਮੇਸ਼ਾ ਬਾਹਰ ਨਹਾਉਂਦਾ ਸੀ। ਇੱਕ ਦਿਨ ਸਰਦੀ ਵਿੱਚ ਬਾਹਰ ਨਹਾਇਆ, ਜਿਸ ਕਾਰਨ ਉਸ ਨੂੰ ਨਮੂਨੀਆ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਪਤੀ ਦੀ ਮੌਤ ਤੋਂ ਬਾਅਦ ਬਿਮਲ ਦੀ ਮਾਂ ਨੇ ਬਿਮਲ ਨੂੰ ਪੜ੍ਹਾਇਆ ਲਿਖਾਇਆ। BA ਕਰਾਉਣ ਤੋਂ ਬਾਅਦ ਆਪਣੇ ਭਰਾ ਦੀ ਸਿਫਾਰਿਸ਼ ਨਾਲ ਉਸ ਨੂੰ ਨੌਕਰੀ ਲਵਾ ਦਿੱਤਾ। ਦਫ਼ਤਰ ਵਿੱਚ ਕੜੀ ਮਿਹਨਤ ਤੇ ਲਗਨ ਦੇਖ ਕੇ ਅਫਸਰ ਬਹੁਤ ਖੁਸ਼ ਸੀ। ਆਉਣ ਵਾਲੇ ਸਮੇਂ ਵਿੱਚ ਉਸ ਦੇ ਅਫਸਰ ਬਣਨ ਦੀ ਸੰਭਾਵਨਾ ਪੂਰੀ ਸੀ। ਬਿਮਲ ਦੀ ਤਰੱਕੀ ਦੇਖ ਕੇ ਚੇਤਨਾ ਦੇ ਪਿਤਾ ਨੇ ਚੇਤਨਾ ਦਾ ਵਿਆਹ ਬਿਮਲ ਨਾਲ ਕਰ ਦਿੱਤਾ ਸੀ। ਉਹਨਾਂ ਨੂੰ ਵਿਸ਼ਵਾਸ ਸੀ ਕਿ ਚੇਤਨਾ ਆਪਣੇ ਹਸਮੁਖ ਸੁਭਾਅ ਦੇ ਨਾਲ ਤੇ ਆਪਣੇ ਗੁਣਾਂ ਨਾਲ ਘਰ ਵਿੱਚ ਖੁਸ਼ੀਆਂ ਭਰ ਦੇਵੇਗੀ। ਪਰ ਚੇਤਨਾ ਦੇ ਸੁਪਨੇ ਉਦੋਂ ਟੁੱਟ ਜਾਂਦੇ ਹਨ ਜਦੋਂ ਉਸ ਨੂੰ ਆਪਣੇ ਪਤੀ ਦੇ ਖੁਸ਼ਕ ਅਤੇ ਸੜੀਅਲ ਸੁਭਾਅ ਬਾਰੇ ਪਤਾ ਲੱਗਦਾ ਹੈ। ਚੇਤਨਾ ਨੂੰ ਗਾਉਣ ਦਾ ਬੜਾ ਸ਼ੌਂਕ ਸੀ। ਇੱਕ ਦਿਨ ਦੁਪਹਿਰ ਦੀ ਰੋਟੀ ਤੋਂ ਬਾਅਦ ਉਸ ਨੇ ਮੀਰਾ ਬਾਈ ਦੇ ਭਜਨ ਗਾਏ ਤਾਂ ਸਾਰਿਆਂ ਨੇ ਉਸ ਦੀ ਤਾਰੀਫ ਕੀਤੀ। ਉਸ ਦੀ ਗਾਇਕੀ ਨੇ ਸਾਰਿਆਂ ਦਾ ਮਨ ਮੋਹ ਲਿਆ ਸੀ, ਪਰ ਬਿਮਲ ਦੀ ਸਿਹਤ 'ਤੇ ਬੁਰਾ ਅਸਰ ਪੈ ਗਿਆ। ਉਹ ਤਾਰੀਫਾਂ ਸੁਣ ਕੇ ਬਿਮਾਰ ਹੋ ਗਿਆ
ਚੇਤਨਾ ਨੇ ਆਪਣੇ ਪਤੀ ਦਾ ਮਨ ਜਿੱਤਣ ਲਈ ਵਧੀਆ ਤੋਂ ਵਧੀਆ ਖਾਣਾ ਬਣਾ ਕੇ ਖਵਾਇਆ, ਪਰ ਬਿਮਲ ਕੋਈ ਨਾ ਕੋਈ ਨੁਕਸ ਹਮੇਸ਼ਾ ਕੱਢ ਦਿੰਦਾ ਸੀ। ਉਸਨੇ ਆਪਣੀ ਮਾਂ ਨੂੰ ਖਾਣਾ ਬਣਾਉਣ ਲਈ ਕਿਹਾ। ਬਿਮਲ ਦੇ ਕਹਿਣ 'ਤੇ ਮਾਂ ਨੇ ਕੁਝ ਸਬਜ਼ੀਆਂ ਉਬਾਲ ਦਿੱਤੀਆਂ ਤੇ ਦਲੀਆ ਬਣਾ ਕੇ ਖਵਾਇਆ। ਇਸ ਤੋਂ ਬਾਅਦ ਚੇਤਨਾ ਦਲੀਆ ਬਣਾਉਣ ਲੱਗੀ, ਜੋ ਕਿ ਬੜਾ ਸਵਾਦ ਬਣਿਆ ਸੀ। ਪਰ ਮਾਂ ਕੋਲੋਂ ਪਤਾ ਲੱਗਾ ਕਿ ਦਲੀਆ ਚੇਤਨਾ ਨੇ ਬਣਾਇਆ ਹੈ ਤਾਂ ਉਸਨੇ ਗਰਮ ਦਲੀਏ ਵਾਲੀ ਪਲੇਟ ਚੇਤਨਾ ਦੇ ਸਿਰ 'ਤੇ ਉਲਟੀ ਮਾਰ ਦਿੱਤੀ, ਜਿਸ ਨਾਲ ਉਸ ਦਾ ਸਾਰਾ ਸਿਰ ਖਰਾਬ ਹੋ ਗਿਆ, ਬਿੰਦੀ ਉਤਰ ਗਈ ਤੇ ਸਾੜੀ ਵੀ ਦਾਗੋ ਦਾਗ ਹੋ ਗਈ। ਇਸ ਤਰ੍ਹਾਂ ਬਿਮਲ ਸਮੇਂ-ਸਮੇਂ ਉਸ ਦੀ ਬੇਇੱਜ਼ਤੀ ਕਰਦਾ ਰਹਿੰਦਾ ਤੇ ਉਸ ਨੂੰ ਹਮੇਸ਼ਾ ਨੀਵਾਂ ਦਿਖਾਉਂਦਾ। ਚੇਤਨਾ ਇਹੋ ਜਿਹੀ ਜ਼ਿੰਦਗੀ ਤੋਂ ਤੰਗ ਆ ਗਈ। ਉਸਨੇ ਕਈ ਵਾਰ ਮਰਨ ਦੀ ਕੋਸ਼ਿਸ਼ ਕੀਤੀ, ਪਰ ਫਿਰ ਮਨ ਬਦਲ ਕੇ ਜ਼ਿੰਦਗੀ ਨੂੰ ਦੁਬਾਰਾ ਜਿਉਣਾ ਚਾਹਿਆ। ਕੁਝ ਸਮੇਂ ਬਾਅਦ ਬਿਮਲ ਦਾ ਸੁਭਾਅ ਹੋਰ ਵੀ ਖਰਾਬ ਹੋ ਗਿਆ ਸੀ। ਹੁਣ ਉਹ ਚੇਤਨਾ ਨੂੰ ਆਪਣੇ ਕਮਰੇ ਵਿੱਚ ਵੀ ਸੌਣ ਨਹੀਂ ਸੀ ਦਿੰਦਾ। ਚੇਤਨਾ ਦੀ ਨਜ਼ਰ ਕਮਰੇ ਵਿੱਚ ਪਏ ਭੰਗੂੜੇ ਉੱਪਰ ਪਈ। ਇਹ ਉਸਦੇ ਪੁੱਤਰ ਭੋਲੂ ਦਾ ਸੀ। ਭੋਲੂ 6 ਮਹੀਨੇ ਪਹਿਲਾਂ ਬਿਮਲ ਦੇ ਸਾੜ ਭਰੇ ਵਿਵਹਾਰ ਕਾਰਨ ਨਮੂਨੀਏ ਨਾਲ ਮਰ ਗਿਆ ਸੀ। ਭੋਲੂ ਦੀ ਪਹਿਲੀ ਵਰ੍ਹੇਗੰਢ ਮਨਾ ਕੇ ਕੋਠੇ ਉੱਤੇ ਰਾਤ ਨੂੰ ਸੁੱਤਾ ਭੋਲੂ ਜਾਗ ਪਿਆ। ਚੇਤਨਾ ਦੇ ਚੁੱਪ ਕਰਾਉਣ ਦੇ ਬਾਵਜੂਦ ਉਹ ਚੁੱਪ ਨਾ ਕੀਤਾ। ਰੌਲਾ ਸੁਣ ਕੇ ਬਿਮਲ ਦੀ ਜਾਗ ਖੁੱਲ੍ਹ ਗਈ। ਬਿਮਲ ਨੇ ਗੁੱਸੇ ਵਿੱਚ ਆ ਕੇ ਭੋਲੂ ਦੇ ਚਪੇੜ ਮਾਰ ਦਿੱਤੀ। ਚਪੇੜ ਵੱਜਣ ਕਾਰਨ ਭੋਲੂ ਹੋਰ ਤੇਜ਼ ਰੋਣ ਲੱਗਾ। ਚੇਤਨਾ ਘਬਰਾ ਗਈ। ਥੋੜ੍ਹੀ ਦੇਰ ਬਾਅਦ ਮੀਂਹ ਹਨੇਰੀ ਸ਼ੁਰੂ ਹੋ ਗਿਆ। ਬਿਮਲ ਨੇ ਭੋਲੂ ਅਤੇ ਉਸ ਦੀ ਮਾਂ ਚੇਤਨਾ ਨੂੰ ਘਰੋਂ ਬਾਹਰ ਕੱਢ ਦਿੱਤਾ। ਚੇਤਨਾ ਭੋਲੂ ਨੂੰ ਮੀਂਹ ਵਿੱਚ ਲੈ ਕੇ ਅੱਧੀ ਰਾਤ ਹੀ ਆਪਣੇ ਪੇਕੇ ਘਰ ਚਲੀ ਗਈ। ਉੱਥੇ ਉਹ ਇੱਕ ਕੁਰਸੀ 'ਤੇ ਬਰਾਂਡੇ ਵਿੱਚ ਬੈਠੀ ਰਹੀ। ਫਿਰ ਉਹ ਤੜਕੇ ਕਿਸੇ ਨੂੰ ਵੀ ਮਿਲਿਆਂ ਬਗੈਰ ਉਹ ਵਾਪਸ ਆ ਗਈ। ਬਿਮਲ ਦੀ ਮਾਂ ਬਾਹਰ ਖੜੀ ਸੀ। ਜਦੋਂ ਮਾਂ ਨੇ ਚੇਤਨਾ ਕੋਲੋਂ ਬਾਹਰ ਜਾਣ ਦਾ ਕਾਰਨ ਪੁੱਛਿਆ ਤਾਂ ਚੇਤਨਾ ਨੇ ਦੱਸਿਆ ਕਿ ਉਹ ਬਿਮਲ ਦੇ ਕੰਮ ਲਈ ਬਾਹਰ ਗਈ ਸੀ। ਰਾਤ ਨੂੰ ਭੋਲੂ ਬਿਮਾਰ ਹੋ ਗਿਆ। ਨਮੂਨੀਏ ਦਾ ਸ਼ਿਕਾਰ ਹੋਣ ਕਰਕੇ ਉਹ ਕੁਝ ਸਮੇਂ ਬਾਅਦ ਮਰ ਗਿਆ। ਇਸ ਘਟਨਾ ਨੇ ਚੇਤਨਾ 'ਤੇ ਬਹੁਤ ਡੂੰਘਾ ਪ੍ਰਭਾਵ ਪਾਇਆ। ਹੁਣ ਉਹ ਬਿਮਲ ਦੁਆਰਾ ਕੀਤੇ ਅਪਮਾਨਾਂ ਦਾ ਬਦਲਾ ਲੈਣ ਬਾਰੇ ਸੋਚਣ ਲੱਗੀ। ਉਹ ਬਦਲਾ ਮੌਤ ਰਾਹੀਂ ਲੈਣਾ ਚਾਹੁੰਦੀ ਸੀ। ਇਸ ਤਰ੍ਹਾਂ ਇੱਕ ਦਿਨ ਗੁੱਸੇ ਵਿੱਚ ਭਰੀ ਚੇਤਨਾ ਨੇ ਆਪਣੇ ਉੱਤੇ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਾ ਲਈ ਤੇ ਬਿਮਲ ਨੂੰ ਵੀ ਘੁੱਟ ਕੇ ਜੱਫੀ ਪਾ ਲਈ। ਉਸ ਦੀ ਮਾਂ ਰੌਲਾ ਪਾਉਂਦੀ ਰਹੀ, ਪਰ ਚੇਤਨਾ ਨੇ ਇੱਕ ਨਾ ਸੁਣੀ। ਚੇਤਨਾ ਨੇ ਬਿਮਲ ਨੂੰ ਕਿਹਾ ਕਿ ਮੈਂ ਤੇਰੇ ਅੱਗੇ ਆਪਣੀ ਸਾਰੀ ਜ਼ਿੰਦਗੀ ਰੱਖੀ, ਪਰ ਤੂੰ ਉਸ ਨੂੰ ਮਨਜ਼ੂਰ ਨਾ ਕੀਤਾ। ਹੁਣ ਮੈਂ ਤੇਰੇ ਅੱਗੇ ਮੌਤ ਰੱਖੀ ਹੈ, ਤੂੰ ਉਸ ਨੂੰ ਮੋੜ ਨਹੀਂ ਸਕਦਾ। ਇਸ ਤਰ੍ਹਾਂ ਦੋਵੇਂ ਸੜ ਕੇ ਸੁਆਹ ਹੋ ਜਾਂਦੇ ਹਨ। ਇਹ ਸੀ ਜ਼ਿੰਦਗੀ ਮੋੜੀ ਜਾ ਸਕਦੀ ਹੈ, ਮੌਤ ਨਹੀਂ ਕਹਾਣੀ ਦਾ ਸਾਰ, ਜਿਸ ਦੇ ਲੇਖਕ ਹਨ ਗੁਰਬਖਸ਼ ਸਿੰਘ ਪ੍ਰੀਤਲੜੀ। ਹੋਰ ਵੀਡੀਓ ਦੇਖਣ ਲਈ ਜਾਂ ਆਡੀਓ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਲਾਈਕ ਅਤੇ ਸ਼ੇਅਰ ਕਰੋ। ਸਭ ਦਾ ਧੰਨਵਾਦ।